व्यूअर्स ब्रेक तो बाद ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ। ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਸਾਡੇ ਦਰਸ਼ਕਾਂ ਨੂੰ ਆਈਆਂ ਈਮੇਲ ਤੇ ਮੈਸੇਜ ਨਾਲ ਕਰਦੇ ਹਾਂ। ਸਾਡੀ ਪਹਿਲੀ ਈਮੇਲ ਆਈ ਹੈ ਵੀਰ ਜਸਪ੍ਰੀਤ ਸਿੰਘ ਜੀ ਦੀ। ਇਹ ਲਿਖਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰ ਜੀ ਇਹ ਮੇਰੀ ਤੁਹਾਨੂੰ ਦੂਸਰੀ ਈਮੇਲ ਹੈ। ਮੈਂ ਬਹੁਤ ਦਿਨ ਤੋਂ ਰਾਜੀਵ ਦੀਕਸ਼ਤ ਨੂੰ ਸੁਣ ਰਿਹਾ ਹਾਂ YouTube ਦੇ ਰਾਹੀਂ। ਉਹ ਇੱਕ ਗੱਲ ਬੜੇ ਜ਼ੋਰ ਦੇ ਨਾਲ ਕਹਿੰਦਾ ਹੈ ਕਿ ਇੰਡੀਆ ਅਜੇ ਵੀ ਗੁਲਾਮ ਹੈ, ਜੋ ਕਿ ਮੈਨੂੰ ਤਾਂ ਪੂਰਾ ਸੱਚ ਲੱਗਾ। ਉਹ ਜਵਾਹਰ ਲਾਲ ਨਹਿਰੂ ਨੂੰ ਕਸੂਰਵਾਰ ਮੰਨਦਾ ਹੈ ਤੇ ਕਹਿੰਦਾ ਹੈ ਕਿ ਅੱਜ ਇੰਡੀਆ ਵਿੱਚ ਉਹ ਕੁਝ ਹੋ ਰਿਹਾ ਹੈ ਜੋ ਬਾਹਰਲੇ ਮੁਲਕ ਕਰਨਾ ਚਾਹੁੰਦੇ ਨੇ। ਉਹ ਸਭ ਨੂੰ ਬਾਹਰਲੇ ਦੇਸ਼ਾਂ ਦਾ ਏਜੰਟ ਦੱਸਦਾ ਹੈ, USA ਜਾਂ ਇੰਗਲੈਂਡ, ਮੈਨੂੰ ਨਹੀਂ ਪਤਾ। ਹੋਰ ਵੀ ਬਹੁਤ ਕੁਝ ਕਹਿੰਦਾ ਹੈ। ਜੇ ਮੈਂ ਉਹ ਸਭ ਕੁਝ ਲਿਖਾਂਗਾ ਤਾਂ ਮੇਲ ਬਹੁਤ ਲੰਬੀ ਹੋ ਜਾਵੇਗੀ। ਬਾਕੀ ਉਹ ਵੀ ਬਹੁਤ ਗੱਲ ਹਿੰਦੂ ਦੀ ਹੀ ਕਰਦਾ ਹੈ। ਕਹਿੰਦਾ ਹੈ ਕਿ ਇੰਡੀਆ ਦੇ ਕਲਚਰ ਨੂੰ ਖਤਮ ਕਰ ਰਹੀ ਹੈ ਬਾਹਰਲੀ ਸੋਚ। ਉਹ ਇਸ ਨੁਕਤੇ ਤੇ ਜ਼ਿਆਦਾ ਬੋਲਦਾ ਹੈ। ਜਦੋਂ ਮੈਂ ਪਾਕਿਸਤਾਨ ਵੱਲ ਵੇਖਦਾ ਹਾਂ ਉਧਰ ਵੀ ਇਦਾਂ ਦਾ ਹੀ ਕੁਝ ਹੈ। ਰਾਜੀਵ ਦੀਕਸ਼ਤ ਦੀਆਂ ਗੱਲਾਂ ਤੋਂ ਮੇਰਾ ਅੰਦਾਜ਼ਾ ਹੈ ਕਿ ਇਹ ਸਦੀਆਂ ਤੋਂ ਗੁਲਾਮ ਹਿੰਦੂ ਇਹਨਾਂ ਦਾ ਦਿਮਾਗ ਨਹੀਂ ਲੱਗਦਾ। ਕਿਤੇ ਨਾ ਕਿਤੇ ਕੁਝ ਬਾਹਰ ਦੇ ਦੇਸ਼ਾਂ ਦਾ ਵੀ ਹੱਥ ਹੈ। ਦੂਸਰਾ, ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹੁੰਦਾ ਹਾਂ ਕਿ ਇਹਨਾਂ ਸਭ ਦਾ ਸਾਡੇ ਨਿਸ਼ਾਨੇ ਖਾਲਿਸਤਾਨ ਤੇ ਕਿੱਦਾਂ ਦਾ ਪ੍ਰਭਾਵ ਪੈ ਰਿਹਾ ਹੈ। ਵਿਦੇਸ਼ੀ ਪੂੰਜੀ ਤੇ ਵਿਦੇਸ਼ੀ ਕੰਪਨੀਆਂ ਦਾ ਕੀ ਅਸਰ ਹੋਵੇਗਾ ਆਪਣੇ ਦੇਸ਼ ਖਾਲਿਸਤਾਨ ਤੇ। ਧੰਨਵਾਦ ਜੀ ਡਾਕਟਰ ਸਾਹਿਬ। ਵੀਰ ਜਸਪ੍ਰੀਤ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ। ਸਾਨੂੰ ਉਹਨਾਂ ਦੀ ਜੇ ਪਹਿਲੀ ਈਮੇਲ ਸ਼ਾਇਦ ਮਿਲੀ ਨਾ ਹੋਏ ਜਾਂ ਜਦੋਂ ਉਹਨਾਂ ਨੇ ਲਿਖੀ ਹੋਏ ਜਿਹੜਾ ਵਿਸ਼ਾ ਉਹਨਾਂ ਨੇ ਟੱਚ ਕੀਤਾ ਹੈ, ਹੋਰ ਵੀ ਈਮੇਲਸ 'ਚ ਹੋਏ ਅਸੀਂ ਨਾ ਉਹਨੂੰ ਇਨਕਲੂਡ ਕੀਤਾ ਹੋਏ ਜੀ, ਸੋ ਅਸੀਂ ਮਾਫੀ ਚਾਹੁੰਦੇ ਹਾਂ ਇਸ ਦੇ ਲਈ ਜੀ। ਉਹਨਾਂ ਦੀ ਲਿਖਤ ਦਾ ਆਧਾਰ ਰਾਜੀਵ ਦੀਕਸ਼ਤ ਦੀਆਂ ਪਈਆਂ ਹੋਈਆਂ ਕੁਝ ਇੰਟਰਨੈਟ ਦੇ ਉੱਤੇ ਨੇ YouTube। ਜਿਹਨੂੰ ਰਾਜੀਵ ਦੀਕਸ਼ਤ ਇੱਕ ਸਟੇਜ ਦੇ ਉੱਤੇ ਸਵਾਮੀ ਰਾਮਦੇਵ ਦਾ ਰਾਈਟ ਹੈਂਡ ਮੈਨ ਸੀ, ਸੱਜੇ ਹੱਥ ਜੀ। ਔਰ ਉਹਨੇ ਬਹੁਤ ਸਾਰੇ ਵਿਸ਼ਿਆਂ ਦੇ ਉੱਤੇ ਬੜੇ ਭਾਵਕ ਅੰਦਾਜ਼ ਦੇ ਵਿੱਚ ਉਹ ਹੈਲਥ ਤੋਂ ਲੈ ਕੇ ਤੇ ਸਿਆਸਤ, ਸਮਾਜਕ ਔਰ ਉਹਨਾਂ ਦੇ ਉੱਤੇ ਬਹੁਤ ਜਿਹੜੀਆਂ ਨੇ ਧੂਆਂਧਾਰ ਤਕਰੀਰਾਂ ਨੇ ਜੀ। ਇਹ ਵੱਖਰੀ ਗੱਲ ਹੈ ਵੀ ਰਾਜੀਵ ਦੀਕਸ਼ਤ ਦਾ ਅੰਤ ਜਿਹੜਾ ਹੈ ਉਹ ਬੜੇ ਸਸਪੀਸ਼ੀਅਸ ਸਰਕਮਸਟਾਂਸਿਸ 'ਚ ਹੋਇਆ ਜੀ। ਉਹਦੀ ਡੈਡ ਬਾਡੀ ਮਿਲੀ ਉਹਦੇ ਆਸ਼ਰਮ 'ਚ ਹੀ। ਔਰ ਇਹ ਕਿਹਾ ਜਾਂਦਾ ਹੈ ਰਾਮਦੇਵ ਦੇ ਉੱਤੇ ਜਿਹੜੇ ਚਾਰਜ ਨੇ ਉਹਨਾਂ 'ਚ ਇਹ ਹੈ ਕਿ ਵੀ ਇਹ ਹੀ ਜ਼ਿੰਮੇਵਾਰ ਹੈ ਇਹਦੇ ਦੀਕਸ਼ਤ ਦੀ ਮੌਤ ਦੇ ਲਈ ਜੀ। ਕਿਉਂਕਿ ਉਹ ਆਪਣੇ ਤੌਰ 'ਤੇ ਜਿਵੇਂ ਉਹਦਾ ਅੰਦਾਜ਼ ਸੀ ਉਹ ਕੁਛ ਜ਼ਿਆਦਾ ਪੋਪੂਲਰ ਵੀ ਹੋ ਰਿਹਾ ਸੀ। ਕੁਛ ਗੱਲਾਂ ਸ਼ਾਇਦ ਉਹਨੇ ਵੀ ਅੰਦਰੂਨੀ ਨੇੜੇ ਜਾ ਕੇ ਇਹਨਾਂ ਦੇ ਦੇਖ ਲਈਆਂ ਅਤੇ ਉਹ ਸ਼ਾਇਦ ਜਿਹਨੂੰ ਕਹਿੰਦੇ ਨੇ ਵੀ ਬਰਸਟ ਕਰਨ ਵਾਲਾ ਸੀ, ਗੱਲਾਂ ਬਾਹਰ ਲਿਆਉਣ ਵਾਲਾ ਸੀ। ਸੋ ਉਹਨੂੰ ਮੁਕਾ ਦਿੱਤਾ ਗਿਆ। ਮੇਰੇ ਕੋਲ ਇੰਨਾ ਵਕਤ ਤਾਂ ਨਹੀਂ ਹੁੰਦਾ ਕਿ ਮੈਂ ਉਹਦੇ ਜਿੰਨੇ ਟੌਪਿਕਸ 'ਤੇ ਉਹਨੇ ਕਿਹਾ ਕੋਈ ਉਹਨੂੰ ਦੇਖਿਆ ਹੋਏ, ਲੇਕਿਨ ਕੁਛ ਕੁ ਸੈਂਪਲ ਮੈਂ ਜ਼ਰੂਰ ਦੇਖੇ ਨੇ। ਕਿਉਂਕਿ ਇਸ ਤਰ੍ਹਾਂ ਹੀ ਸਾਡੇ ਦਰਸ਼ਕਾਂ ਦਾ, ਸਰੋਤਿਆਂ ਦਾ ਲਿਖਣਾ ਸੀ, ਪੁੱਛਣਾ ਸੀ ਕਿ ਉਹਨੇ ਆਹ ਕਿਹਾ ਹੈ, ਮਾਊਂਟ ਬੈਟਨ ਬਾਰੇ ਇਹ ਕਿਹਾ ਹੈ, ਨਹਿਰੂ ਤੇ ਜਿਨ੍ਹਾਂ ਬਾਰੇ ਇਹ ਕਿਹਾ ਹੈ, ਜਾਂ ਕੋਕਾ ਕੋਲਾ ਬਾਰੇ ਇਹ ਕਿਹਾ ਹੈ, ਕੈਂਸਰ ਦੇ ਇਲਾਜ ਬਾਰੇ ਇਹ ਕਿਹਾ ਹੈ। ਉਹਦੇ 'ਚੋਂ ਮੈਂ ਕੁਛ ਸੈਲੈਕਟ ਜਿਹੀਆਂ ਵੀਡੀਓਜ਼ ਜ਼ਰੂਰ ਦੇਖੀਆਂ ਹੋਈਆਂ ਨੇ। ਦੇਖੋ ਇਹ ਹੈ ਵੀ ਜਿਸ ਤਰ੍ਹਾਂ ਇੱਕ ਇਹ ਹਿੰਦੂਤਵੀਆਂ ਦੀ ਖਾਸ ਤੌਰ 'ਤੇ ਆਦਤ ਹੈ, ਕਿਉਂਕਿ ਜਿਹੜੀ ਬੇਸਿਕ ਹਿੰਦੂਤਵਾ ਦੀ ਆਈਡੀਓਲੋਜੀ ਹੈ ਉਹ ਛੂਛਾਪਨ ਹੈ, ਸਖਣਾਪਨ ਹੈ, ਕੁਛ ਨਹੀਂ ਹੈ। ਰਾਦਰ ਉਹ ਡਿਸਟਰਕਟਿਵ ਹੈ ਜੀ। ਕਿਉਂਕਿ ਸਭ ਤੋਂ ਖਤਰਨਾਕ ਤਾਂ ਵਰਣ ਆਸ਼ਰਮ ਹੈ, ਜ਼ਾਤ ਪਾਤ ਹੈ, ਜਿਹਨੇ ਸਾਰਾ ਪੋਟੈਂਸ਼ੀਅਲ ਸੁਸਾਇਟੀ ਦਾ ਡਿਵਾਈਡ ਕਰਕੇ ਰੱਖ ਦਿੱਤਾ ਹੈ। ਜਨਮ ਤੋਂ ਜ਼ਾਤ ਬਣਾ ਦਿੱਤੀ। ਉਹ ਉਹਦੇ ਨਾਲ ਖਾ ਨਹੀਂ ਸਕਦਾ, ਉਹਦੇ ਨਾਲ ਸਾਕ ਨਹੀਂ ਕਰ ਸਕਦਾ। ਸ਼ੂਦਰ ਜਿਹੜੇ ਨੇ ਉਹ ਪਿੰਡ 'ਚ ਰਹਿ ਨਹੀਂ ਸਕਦੇ। ਸੋ ਜਿਹੜਾ ਪੋਟੈਂਸ਼ੀਅਲ ਸੀ ਸਾਰਾ ਲੋਕਾਂ ਦਾ, ਸੁਸਾਇਟੀ ਦਾ, ਉਹ ਤਾਂ ਡਿਸਟਰੋਏ ਕਰ ਦਿੱਤਾ। ਪਰ ਇਹ ਸਾਰੇ ਰਾਜੀਵ ਦੀਕਸ਼ਤ ਹੋਏ, ਰਾਮਦੇਵ ਹੋਏ, ਸ਼੍ਰੀ ਰਵੀ ਸ਼ੰਕਰ ਹੋਏ, ਜਾਂ ਕੋਈ ਹੋਰ ਧੂਣੇ ਵਾਲਾ ਸਾਧ ਹੋਏ, ਇਹਨਾਂ ਸਾਰਿਆਂ ਦਾ ਤਾਂ ਆਧਾਰ ਵਰਣ ਆਸ਼ਰਮ ਹੈ, ਜ਼ਾਤ ਪਾਤੀ ਸਿਸਟਮ ਹੈ, ਜਿਸ ਤੋਂ ਇਹ ਖਹਿੜਾ ਛੁਡਾ ਹੀ ਨਹੀਂ ਸਕਦੇ ਕਿਉਂਕਿ ਹਿੰਦੂ ਧਰਮ ਦਾ ਆਧਾਰ ਹੀ ਹੈ। ਹੁਣ ਕਿਉਂਕਿ ਸਮਾਜ ਦੇ ਵਿੱਚ ਜੋ ਕੁਛ ਆਇਆ, 1000 ਸਾਲ ਦੀ ਗੁਲਾਮੀ ਆਈ, ਜਾਂ ਹੁਣ ਵੀ ਜੋ 67 ਸਾਲ 'ਚ ਦੇਸ਼ ਦਾ ਹਾਲ ਕਰ ਦਿੱਤਾ ਇਹਨਾਂ ਨੇ ਜੀ। ਹੁਣ ਉਹਦੇ ਲਈ ਤੁਸੀਂ ਕੋਈ ਤਾਂ ਰੀਜ਼ਨ ਲੱਭਣਾ, ਕੋਈ ਤਾਂ ਕਾਰਨ ਲੱਭਣਾ। ਫਿਰ ਤੁਸੀਂ ਵਿਦੇਸ਼ੀ ਹੱਥ ਲੱਭ ਲਓ। ਉਹਨੂੰ ਕਹੋ ਜੀ ਅਮਰੀਕਾ, ਮਲਟੀਨੈਸ਼ਨਲ ਕੰਪਨੀਆਂ ਇਹ ਵੜ ਗਈਆਂ, ਇਹਨਾਂ ਨੇ ਸਾਡਾ ਫਲਾਣਾ ਕਰਤਾ, ਸਾਡਾ ਜਿਹੜਾ ਸਾਰਾ। ਔਰ ਇਸ ਤੋਂ ਪਹਿਲਾਂ ਵੀ ਦਿਆਨੰਦ ਆਰੀਆ ਸਮਾਜ ਦਾ ਉਹਨਾਂ ਨੇ ਕਹਿਣਾ ਜੀ ਜੋ ਸਾਡੇ, ਫਿਰ ਇਹਨਾਂ ਨੂੰ ਕਿਸੇ ਨੂੰ ਪੁੱਛ ਲਓ ਜੀ ਵੇਦਾਂ 'ਚ ਬਹੁਤ ਕੁਛ ਸੀ। ਇਹ ਜਿਹੜੇ ਸਾਰੀਆਂ ਕਾਢਾਂ ਕੱਢੀਆਂ ਵੈਸਟ ਵਾਲਿਆਂ ਨੇ, ਇਹ ਸਾਡੇ ਵੇਦ ਲੈ ਗਏ, ਜਰਮਨ ਵਾਲੇ ਲੈ ਗਏ ਵੇਦ। ਹਵਾਈ ਜਹਾਜ਼ ਉਹਦੇ 'ਚੋਂ ਕੱਢਿਆ, ਟ੍ਰੇਨ ਉਹਦੇ 'ਚੋਂ ਕੱਢੀ। ਇਹ ਜਿਹੜਾ ਰਾਮਚੰਦਰ ਜੀ ਜਿਹੜੇ ਲੰਕਾ ਤੋਂ ਅਯੁੱਧਿਆ ਆਏ ਸੀ, ਉੜਨ ਖਟੋਲੇ 'ਚ ਆਏ ਸੀ। ਉੜਨ ਖਟੋਲਾ ਹਵਾਈ ਜਹਾਜ਼ ਹੀ ਸੀ। ਹਵਾਈ ਜਹਾਜ਼ ਵੀ ਸਾਡੇ 'ਚੋਂ ਕੱਢਿਆ। ਜਿਹੜੇ ਅਰਜਨ ਨੇ ਤੀਰ ਛੱਡੇ ਜਿੱਥੇ ਡਿੱਗਦੇ ਸੀ, ਅੱਗ ਲੱਗਦੀ, ਇਹ ਮਿਜ਼ਾਈਲ ਸੀਗੀਆਂ।
ਇਹ ਵੀ ਸਾਡੇ ਤੋਂ ਲਈਆਂ ਜੀ ਇਹ ਤੁਸੀਂ ਕੋਈ ਚੀਜ਼ ਨਾ ਕਰੋ ਇਹ ਕਹਿਣਗੇ ਇਹ ਤਾਂ ਇਹ ਸਾਡੀ ਟੈਕਨੋਲੋਜੀ ਹੈ। ਹੁਣ ਮਤਲਬ ਇਹੀ ਜਿਹੜਾ ਕੰਪਲੈਕਸ ਹੈ, ਜੇ ਸਾਰਾ ਇਹਦਾ ਰਾਜੀਵ ਦੀਕਸ਼ਤ ਦਾ ਹਾਲ ਪਾ ਰਿਹਾ ਇਹੀ ਸੀ ਕਿ ਜੇ ਅਸੀਂ ਬਹੁਤ ਮਹਾਨ ਸੀ, ਸਾਡੀ ਬੜੀ ਉੱਤਮ ਪਾੜ ਸੀ, ਤੁਹਾਡੀ ਕਿਹੜੀ ਮਹਾਨਤਾ ਹੈ? 1000 ਸਾਲ ਕਿਹਨੇ ਜੁੱਤੀਆਂ ਖਾਧੀਆਂ? ਦੁਨੀਆ ਦਾ ਕੋਈ ਖਿੱਤਾ ਹੈ ਜਿਹਨੇ 1000 ਸਾਲ ਗੁਲਾਮੀ ਕੀਤੀ ਹੋਵੇ? ਜੀ ਜਿਹੜਾ ਭਾਰਤ ਦੇ ਵਿੱਚ ਥੋੜਾ ਬਹੁਤ ਤਰੱਕੀ ਦਾ ਪੀਰੀਅਡ ਰਿਹਾ ਹੈ ਉਹ ਉਹੀ ਪੀਰੀਅਡ ਸੀ ਜਦੋਂ ਬੁੱਧ ਮਤ ਸੀ, ਕਿਉਂਕਿ ਬੁੱਧ ਦੀ ਵਿਚਾਰਧਾਰਾ ਨੇ ਬ੍ਰਾਹਮਣਵਾਦ ਦੀ ਵਿਚਾਰਧਾਰਾ ਤੋਂ ਖਹਿੜਾ ਛਡਾਇਆ, ਜੀ ਬਰਾਬਰੀ ਦੀ ਗੱਲ ਵੀ ਕੀਤੀ, ਜ਼ਾਤ-ਪਾਤ ਦੇ ਖਿਲਾਫ ਵੀ ਲਾਈਨ ਲਈ, ਬ੍ਰਾਹਮਣਿਜ਼ਮ ਦੇ ਖਿਲਾਫ ਵੀ ਗੱਲ ਕੀਤੀ। ਸੋ ਕਨਿਸ਼ਕਾ ਹੋਏ, ਅਸ਼ੋਕਾ ਹੋਏ, ਹਰਸ਼ਵਰਧਨਾ ਹੋਏ, ਇਹ ਜਿਹੜਾ ਥੋੜਾ ਬਹੁਤ ਗੋਲਡਨ ਏਜ ਹੈ ਉਹ ਬੁੱਧ ਧਰਮ ਦੇ ਵੇਲੇ ਦੀ ਹੈ, ਜਦੋਂ ਕਿ ਰਾਜੇ ਬੁੱਧ ਹੀ ਸੀ। 700-800 ਸਾਲ 'ਚ ਉਹਨਾਂ ਦੇ ਇਹਨਾਂ ਨੇ ਫਿਰ ਉਹ ਸਾਰੇ ਮਾਰ ਕੇ ਤੇ ਹਿੰਦੂਤਵਾ ਫਿਰ ਸ਼ੰਕਰਾਚਾਰੀਆ ਦੇ ਜ਼ਮਾਨੇ 'ਚ ਵਾਪਸ ਲੈ ਆਂਦਾ। ਉਹਦੇ 'ਚੋਂ ਫਿਰ ਉਹੀ ਕੁਝ ਨਿਕਲਣਾ ਸੀ। ਅੱਧਿਆਂ ਨੂੰ ਤੁਸੀਂ ਸ਼ੂਦਰ ਬਣਾ ਦਿੱਤਾ ਹੈ, ਔਰਤਾਂ ਨੂੰ ਨਰਕ ਦੁਆਰੀ ਬਣਾਇਆ। ਜੀ ਤਰੱਕੀ ਕਿਹੜੀ ਸੁਸਾਇਟੀ ਨੇ ਕਰਨੀ ਹੈ? ਜਿਵੇਂ ਇੱਕ ਪਾਕਿਸਤਾਨੀ ਸਕਾਲਰ ਇਵਨ ਪਾਕਿਸਤਾਨ ਦੇ ਹਵਾਲੇ ਨਾਲ ਇਹ ਕਹਿੰਦੇ ਹੁੰਦੇ ਨੇ ਕਿ ਜੀ ਇਹ ਸਾਨੂੰ ਇਹ ਖਾ ਲਿਆ ਜਿਹੜਾ ਮੁੱਲਾਂ ਨੇ ਆ ਕੇ ਔਰਤ ਦੇ ਰੁਤਬੇ ਨੂੰ ਹੋਰੀ ਤਰ੍ਹਾਂ ਬਣਾ ਦਿੱਤਾ ਜੀ। ਅੱਧੇ ਜਿਹੜੇ ਨੇ ਉਹ ਪਰਦੇ 'ਚ ਰੱਖ ਕੇ ਔਰਤ ਨੂੰ ਉਹਨਾਂ ਨੇ ਘਰਾਂ 'ਚ ਵਾੜਿਆ ਹੋਇਆ ਤੇ ਬਾਕੀ ਅੱਧੇ ਜਿਹੜੇ ਨੇ ਉਹਦੀ ਰੱਖਿਆ ਕਰਨ ਤੇ ਲੱਗੇ ਨੇ ਵੀ ਬਾਹਰ ਤਾਂ ਨਹੀਂ ਕਿਤੇ ਨਿਕਲ ਗਈਆਂ। ਤੇ ਤਰੱਕੀ ਕਿਹਨੇ ਕਰਨੀ? ਵੀ ਜੇ ਵੈਸਟ ਦੀ ਤਰੱਕੀ ਹੋਈ ਹੈ ਤੇ ਔਰਤ ਨੂੰ ਉਹਨਾਂ ਨੇ ਬਰਾਬਰ ਲਿਆਂਦਾ ਫੀਲਡ ਦੇ ਵਿੱਚ, ਔਰ 50% ਤੁਹਾਡਾ ਪੋਟੈਂਸ਼ੀਅਲ ਹੈ ਇਸ ਦੇ ਲਈ। ਸੋ ਮੈਂ ਸਮਝਦਾ ਵੀ ਇਹ ਬਹੁਤ ਸਾਰਾ ਜਿਹੜਾ ਇਸ ਦਾ ਪਾਰਟ ਹੈ। ਹੁਣ ਜਿਵੇਂ ਇੱਕ ਬੜਾ ਵਾਹਿਯਾਤ ਜਿਹਾ ਇਹਨੇ ਰਾਜੀਵ ਦੀਕਸ਼ਤ ਨੇ, ਉਹ ਜਿਹੜੀ ਐਡਵੀਨਾ ਮਾਊਂਟਬੈਟਨ ਦੀ ਘਰ ਵਾਲੀ ਸੀ, ਨਹਿਰੂ ਨਾਲ ਉਹਦੇ ਸੰਬੰਧਾਂ ਦਾ ਤਾਂ ਆਮ ਜ਼ਿਕਰ ਹੈ। ਉਹਦੇ ਜਿਹੜੇ ਲੈਟਰਸ ਉਹਦੀ ਡਾਟਰ ਦੇ ਕੋਲ ਨੇ ਜਾਂ ਦੂਜਾ ਵੀ ਹੈ, ਉਹਦੇ ਨਾਲ ਈਵਨ ਕਾਇਦੇ ਆਜ਼ਮ ਜਿਨ੍ਹਾਂ ਨੂੰ ਵੀ ਜੋੜਿਆ ਹੋਇਆ ਕਿ ਜੀ ਉਹ ਜਦੋਂ ਲੰਡਨ 'ਚ ਰਹਿੰਦੇ ਸੀ ਤੇ ਉਹ ਲੰਡਨ 'ਚ ਰਹਿੰਦੇ ਸੀ ਤੇ ਫਲਾਣਾ ਤੇ ਢਿਮਕਾ ਨਹਿਰੂ, ਤੇ ਜਿਨ੍ਹਾਂ ਨੂੰ ਇੱਕ ਲੈਵਲ ਤੇ, ਕਿਉਂਕਿ ਨਫ਼ਰਤ ਇਹ ਦੀਕਸ਼ਤ ਹੋਏ, ਰਾਮਦੇਵ ਹੋਏ, ਪਾਕਿਸਤਾਨ ਜਾਂ ਮੁਸਲਮਾਨਾਂ ਨਾਲ ਤਾਂ ਪੁੱਜ ਕੇ ਨਫ਼ਰਤ ਕਰਦੇ ਨੇ ਜੀ। ਸੋ ਉਸ ਪਾਰਟ ਨੂੰ ਜਿਹੜਾ ਹੈ ਉਹਨਾਂ ਨੇ ਬੜਾ ਇੱਕ ਲਸਟੀ ਜਿਹੀ ਸਟੋਰੀ ਬਣਾ ਕੇ ਪ੍ਰੈਜ਼ੈਂਟ ਕੀਤੀ ਜਿਹਦਾ ਕੋਈ ਆਧਾਰ ਹੀ ਨਹੀਂ ਹੈ ਜੀ ਜੀ। ਸੋ ਇਸੇ ਤਰ੍ਹਾਂ ਜਿਹੜਾ ਇਹਨਾਂ ਦਾ ਕਹਿਣਾ ਹੈ ਕਿ ਵੀ ਗੱਲ ਜਿਹੜੀ ਹੈ ਉਹ ਕੰਪਨੀਆਂ, ਦੇਖੋ ਵੈਸਟ ਜਿਹੜਾ ਹੈ ਉਹ ਭਾਵੇਂ ਅੰਗਰੇਜ਼ ਹੋਣ, ਈਸਟ ਇੰਡੀਆ ਕੰਪਨੀ ਉੱਥੇ ਗਈ, ਉਹਨਾਂ ਦਾ ਮਕਸਦ ਹੀ ਮੇਨ ਪੈਸਾ ਬਣਾਉਣਾ ਸੀ, ਔਰ ਉਹਨਾਂ ਨੇ ਵਪਾਰਕ ਕੰਪਨੀ ਸੀ। ਉੱਥੇ ਜਾ ਕੇ ਉਹਨਾਂ ਨੇ ਰਾ ਮਟੀਰੀਅਲ ਉੱਥੋਂ ਲੈਂਦੇ ਸੀ, ਫੈਕਟਰੀਆਂ ਇੰਗਲੈਂਡ 'ਚ ਲੱਗੀਆਂ ਸੀ, ਉੱਥੋਂ ਫਿਰ ਚੌਗਣੇ 8 ਗੁਣੇ ਭਾਅ ਦੇ ਉੱਤੇ ਜਾ ਕੇ ਵਿਕਦਾ ਸੀ ਜੀ। ਵਪਾਰੀ ਸੀ। ਜਦੋਂ ਉਹਨਾਂ ਦਾ ਸੈਕੰਡ ਵਰਲਡ ਵਾਰ ਹੋਇਆ, ਕਰਜ਼ਾਈ ਹੋ ਗਏ, ਭਾਵੇਂ ਜਿੱਤ ਗਏ, ਉਹਨਾਂ ਨੇ ਆਪਣਾ ਕੰਮ ਸਮੇਟਿਆ, ਆ ਗਏ ਤੁਸੀਂ ਲੜੀ ਜਾਓ, ਸਿਵਲ ਵਾਰ ਕਰੋ, ਇੱਕ ਦੂਜੇ ਦੇ ਗਾਟੇ ਲਾਓ, ਉਹਨਾਂ ਨੂੰ ਕੀ ਪਰਵਾਹ ਹੈ। ਸੋ ਅੱਜ ਵੀ ਜਿਹੜੀਆਂ ਅਮਰੀਕਨ ਕੰਪਨੀਆਂ ਹੋਣ, ਫ੍ਰੈਂਚ ਹੋਣ, ਜਰਮਨ ਹੋਣ, ਬ੍ਰਿਟਿਸ਼ਰਸ ਹੋਣ, ਇਹ ਵਪਾਰੀ ਨੇ, ਇਹਨਾਂ ਦੀ ਅੱਖ ਪੈਸੇ ਦੇ ਉੱਤੇ ਹੈ। ਉਹ ਕੋਕਾ ਕੋਲਾ ਹੋਏ, ਉਹ ਕੋਈ ਚੱਕੀ ਚੀਜ਼ ਬਣਾ ਦਿਓ, ਉੱਥੇ ਚੇਨ ਜਾ ਕੇ ਮੈਕਡੋਨਲਡ ਦੀ ਚੇਨ ਖੋਲ੍ਹ ਦਿਓ, ਕੈਂਟਕੀ ਫਰਾਈਡ ਚਿਕਨ ਦੀ ਖੋਲ੍ਹ ਦਿਓ। ਹੁਣ ਉੱਥੇ ਜਾਂਦੇ ਨੇ ਕਿ ਵੀ ਉਹਨਾਂ ਨੇ ਉੱਥੇ ਜਾ ਕੇ ਕ੍ਰਿਸਚੈਨਿਟੀ ਦਾ ਪ੍ਰਚਾਰ ਕਰਨਾ ਜੀ, ਇਹਨਾਂ ਦਾ ਇਹ ਪੈਸਾ ਬਣਦਾ, ਔਰ ਸਾਰੀ ਦੁਨੀਆ 'ਚ ਇਹ ਪਾਰਟ ਹੈ। ਉਹਨਾਂ ਨੂੰ ਕਹੋ ਜੀ ਇਹ ਭਾਰਤ ਨੂੰ ਖਾ ਗਏ, ਸਾਡੀ ਗੁਲਾਮੀ ਕਰਤਾ, ਤੁਸੀਂ ਕਦੋਂ ਗੁਲਾਮ ਨਹੀਂ ਰਹੇ, ਤੁਹਾਡੇ ਤਾਂ ਜ਼ਹਿਨੀ ਤੌਰ 'ਤੇ ਤੁਸੀਂ ਗੁਲਾਮ ਜੀ। ਮਾੜਾ ਮੋਟਾ ਸਿੱਖਾਂ ਨੇ ਜਾਂ ਸਿੱਖ ਵਿਚਾਰਧਾਰਾ ਨੇ ਉਸ ਜ਼ਹਿਨੀਅਤ ਨੂੰ ਬਦਲਣ ਦੀ ਕੋਸ਼ਿਸ਼ ਕੀਤੀ, ਔਰ ਬਦਲਿਆ ਵੀ। ਉੱਥੇ ਆਜ਼ਾਦ ਇੱਕ ਘੱਟੋ ਘੱਟ ਅੱਧੀ ਸਦੀ, 1 ਸਦੀ ਮਿਸਲਾਂ ਦਾ ਪੀਰੀਅਡ ਜੇ ਇਨਕਲੂਡ ਕਰ ਲਈਏ, 1 ਸਦੀ ਉਸ ਧਰਤੀ ਦੇ ਵੱਡੇ ਹਿੱਸੇ 'ਚ ਇੱਕ ਆਜ਼ਾਦਾਨਾ ਫਿਜ਼ਾ ਰਹੀ, ਬਰਾਬਰੀ ਦਾ ਮਾਹੌਲ ਰਿਹਾ। ਤੁਸੀਂ ਖਿੱਚ ਧੂ ਕੇ ਸਿੱਖਾਂ ਨੂੰ ਵੀ ਫਿਰ ਆਪਣੇ ਪੱਧਰ ਤੇ ਲੈ ਆਏ ਹੋ, ਉਹੀ ਗੁਲਾਮ ਜ਼ਹਿਨੀਅਤ ਤੁਸੀਂ ਬਣਾ ਦਿੱਤੀ ਹੈ। ਸੋ ਇਹਦੇ 'ਚ ਕੋਈ ਇਹ ਨਹੀਂ ਹੈ ਕਿ ਜੀ ਕੋਈ ਇੱਥੇ ਬੈਠੀਆਂ ਨੇ ਕੰਪਨੀਆਂ ਜਿਹੜੀਆਂ ਹਿੰਦੁਸਤਾਨ 'ਚ ਹੈ ਕੀ ਆ ਉੱਥੇ ਭੁੱਖ ਨੰਗ 40% ਲੋਕ ਜਿਹੜੇ ਨੇ ਉਹ ਗਰੀਬੀ ਰੇਖਾ ਤੋਂ ਥੱਲੇ ਨੇ। ਬਿਮਾਰੀਆਂ ਦੂਜੇ ਤੀਜੇ, ਇੱਕ ਚੀਜ਼ ਹਟਦੀ ਹੈ ਦੂਜੀ ਬਿਮਾਰੀ ਉੱਥੇ ਪਈ ਹੁੰਦੀ ਹੈ ਨਾ। ਤੁਹਾਡਾ ਛੁਟਕਾਰਾ ਕਿਸੇ ਐਸੀ ਬਿਮਾਰੀ ਤੋਂ ਹੋਇਆ ਜਿਹੜੀਆਂ ਕਿ ਇੱਥੇ ਕਦੋਂ ਦੀਆਂ ਮੁਕਾ ਦਿੱਤੀਆਂ ਹੋਈਆਂ ਜੀ। ਉੱਥੇ ਚੱਲ ਰਹੇ ਨੇ ਲੋਕ, ਅੰਨੇ ਵੀ ਸਭ ਤੋਂ ਜ਼ਿਆਦਾ ਦੁਨੀਆ ਦੇ ਉੱਥੇ ਨੇ, ਕੋੜੀ ਵੀ ਸਭ ਤੋਂ ਜ਼ਿਆਦਾ ਉੱਥੇ ਨੇ। ਜਿਹੜੀਆਂ ਬਿਮਾਰੀਆਂ ਇੱਥੋਂ ਖਤਮ ਹੋ ਚੁੱਕੀਆਂ ਨੇ ਉੱਥੇ ਅੱਜ ਵੀ ਮਲੇਰੀਆ 'ਚ ਕਿੰਨੇ ਲੋਕ, ਹਜ਼ਾਰਾਂ ਲੋਕ ਹਰ ਸਾਲ ਮਰਦੇ ਨੇ। ਮਲੇਰੀਆ ਮੱਛਰ ਨਹੀਂ ਮਰਿਆ ਇਹਨਾਂ ਤੋਂ 67 ਸਾਲ 'ਚ। ਕਿਹੜਾ ਦੁਸ਼ਮਣ ਮਾਰਨਗੇ? ਮੱਛਰ ਕਿੱਡਾ ਕੁ ਹੁੰਦਾ ਤੇ ਉਹਨੂੰ ਮਾਰਨਾ ਕਿੰਨਾ ਕੁ ਔਖਾ ਹੈ। ਬਣਾ ਲਓ ਤੁਸੀਂ ਨਿਊਕਲੀਅਰ ਬੰਬ, ਮਾਰ ਲਓ, ਨਿਊਕਲੀਅਰ ਮਾਰੋਗੇ ਮੱਛਰ ਨੂੰ, ਇਹਨੂੰ ਡਰਾਈ ਜਾਓ ਜੀ। ਪਾਕਿਸਤਾਨ ਚੀਨ ਨਾਲ ਲੜੋਗੇ ਜਾ ਕੇ, ਪਹਿਲਾਂ ਜੁੱਤੀਆਂ ਖਾਧੀਆਂ ਬਾਅਦ 'ਚ, ਹੁਣ ਫਿਰ ਚੀਨ ਨੇ ਦੱਸ ਦੇਣਾ ਜੇ ਇਹਨਾਂ ਨੇ ਪੰਗਾ ਲਿਆ ਵੀ ਕੀ ਹੈਗਾ। ਸੋ ਮੁੱਢਲੇ ਤੌਰ ਦੇ ਉੱਤੇ ਇਹ ਸਫ਼ਰ ਕਰਦੇ ਨੇ ਉਹਨਾਂ ਖਾਮੀਆਂ ਤੋਂ, ਉਸ ਸਾਰੇ ਵਰਣ ਆਸ਼ਰਮ ਦੀ ਮਾਰ ਤੋਂ ਜਿਹਦਾ ਨਤੀਜਾ ਉੱਠ ਨਹੀਂ ਸਕਦੇ। ਸੋ ਇਸੇ ਤਰ੍ਹਾਂ ਉਹਨਾਂ ਨੇ ਪਾਕਿਸਤਾਨ ਦੀ ਗੱਲ ਵੀ ਕੀਤੀ ਹੈ ਕਿ ਜੀ ਉੱਥੇ ਵੀ ਜਿਹੜਾ ਮਾਹੌਲ ਹੈ ਉਹ ਇਸ ਤਰ੍ਹਾਂ ਦਾ ਸਾਜ਼ਿਸ਼ ਕੋਈ ਨਹੀਂ ਹੈ ਜੀ। ਉੱਥੇ ਠੀਕ ਹੈ, ਸਾਜ਼ਿਸ਼ ਬਾਹਰਲਾ ਉਦੋਂ ਆਉਂਦਾ ਜਦੋਂ ਤੁਹਾਡੇ ਆਪਣੇ ਪੱਲੇ ਕੁਛ ਨਹੀਂ ਹੁੰਦਾ।
ਜਾਂ ਉਹਨਾਂ ਨੇ ਤੁਹਾਡੇ ਤੋਂ ਕੀ ਫਾਇਦਾ ਲੈਣਾ। ਜੀ ਸੋ ਇਹਨਾਂ ਦਾ ਕੋਈ ਇੰਟਰਸਟ ਨਹੀਂ ਹੈ ਉੱਥੇ ਕਿ ਹਿਊਮਨ ਰਾਈਟ ਹੋਣ, ਕਿ ਤੁਸੀਂ ਕਿਹੜਾ ਸਿਸਟਮ ਲਿਆਓ, ਕੀ ਹੈ। ਇਹਨਾਂ ਦਾ ਇਹ ਠੀਕ ਹੈ ਕਿ ਫਾਲ ਇਨ ਲਾਈਨ, ਉਹ ਸਾਰੇ ਹੀ ਕਰਦੇ ਨੇ। ਮਲਟੀਨੈਸ਼ਨਲ ਦੁਨੀਆ ਨੂੰ ਰਨ ਕਰਦੀ ਹੈ, ਜੀ ਜਿੱਥੇ ਵੱਡੀਆਂ ਕੰਪਨੀਆਂ ਨੇ, ਇਹਨਾਂ ਨੇ ਸਰਕਾਰਾਂ ਬਣਾਉਂਦੇ ਨੇ, ਢਾਉਂਦੇ ਨੇ, ਪਰ ਇਹਨਾਂ ਦਾ ਇੰਟਰਸਟ ਮਨੀ ਹੈ। ਔਰ ਅਖੀਰ 'ਚ ਉਹਨਾਂ ਨੇ ਪੁੱਛਿਆ ਕਿ ਵੀ ਜੇ ਖਾਲਿਸਤਾਨ ਬਣਦਾ ਹੈ ਤੇ ਉਦੋਂ ਇਹ ਜਿਹੜੀਆਂ ਮਲਟੀਨੈਸ਼ਨਲ ਕੰਪਨੀਆਂ ਨੇ ਜਾਂ ਬਾਹਰਲਾ ਪੂੰਜੀ ਨਿਵੇਸ਼ ਹੈ ਉਹਦਾ ਕੀ ਰੋਲ ਹੋਏਗਾ। ਜੀ ਦੇਖੋ, ਜਦੋਂ ਤੁਸੀਂ ਫ੍ਰੀ ਇਕਨੋਮੀ ਦੀ ਗੱਲ ਕਰਦੇ ਹੋ, ਅਸੀਂ ਸੰਸਾਰ ਦਾ ਹਿੱਸਾ ਹੋਵਾਂਗੇ ਦੁਨੀਆ ਦੇ ਵਿੱਚ। ਜੇ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਨੇ, ਦੂਸਰੇ ਜਿਹੜੇ ਨੇ ਨਾਫਤਾ ਵਰਗੇ ਸਮਝੌਤੇ ਕੀਤੇ ਨੇ, ਟ੍ਰੇਡ ਫ੍ਰੀ ਹੈ, ਉਹਦੇ ਤੇ ਕਸਟਮ ਨਹੀਂ ਹੈ, ਦੂਜਾ ਨਹੀਂ ਹੈ। ਸੋ ਉਹਦੇ 'ਚ ਤੁਸੀਂ ਜ਼ਾਹਰ ਹੈ ਕਿ ਅਸੀਂ ਵੀ ਵਰਲਡ ਮਾਰਕੀਟ ਦਾ ਹਿੱਸਾ ਬਣਾਂਗੇ। ਅਸੀਂ ਕੋਈ ਇਹ ਤਾਂ ਨਹੀਂ ਹੈ ਵੀ ਸਿੱਕਮ ਦੀ ਤਰ੍ਹਾਂ ਅਸੀਂ ਕੋਈ ਭਾਰਤ ਦੇ ਕਬਜ਼ੇ ਥੱਲੇ ਰਹਿਣਾ ਜੀ ਬਟ ਉਹਦੇ 'ਚ ਸਰਟਨਲੀ ਜੇ ਤੁਹਾਡੀ ਇੱਕ ਪ੍ਰੋਗਰੈਸਿਵ ਗਵਰਨਮੈਂਟ ਤੁਹਾਡੀ ਹਕੂਮਤ ਦੇ ਵਿੱਚ, ਤੁਹਾਡੇ ਮੁਲਕ ਦੇ ਵਿੱਚ, ਖਾਲਿਸਤਾਨ ਦੇ ਵਿੱਚ ਬਣਦੀ ਹੈ, ਤੁਸੀਂ ਆਪਣੇ ਫਾਰਮਰਸ ਦਾ ਇੰਟਰਸਟ, ਹੁਣ ਅਮਰੀਕਾ ਦੇ ਵਿੱਚ ਬੇਸ਼ੱਕ ਇਹਨਾਂ ਦੀਆਂ ਹੀ ਕੰਪਨੀਆਂ ਨੇ ਬਹੁਤੀਆਂ ਮਲਟੀਨੈਸ਼ਨਲ, ਪਰ ਇੱਥੇ ਫਾਰਮਰ ਦਾ ਵੀ ਇੰਟਰਸਟ ਪ੍ਰੋਟੈਕਟ ਕੀਤਾ। ਕਿੰਨੀਆਂ ਸਬਸਿਡੀਜ਼ ਨੇ। ਜੀ ਔਰ ਜੇ ਡੇਅਰੀ ਇੰਡਸਟਰੀ ਹੈ, ਜੇ ਹੁਣ ਅੱਜ ਤੁਸੀਂ ਜਾਣਦੇ ਹੋ $3 ਦਾ, $3.5 ਦਾ ਗੈਲਨ ਦੁੱਧ ਦਾ ਮਿਲਦਾ, ਤੇ ਇਹ ਕੋਈ ਐਵੇਂ ਤਾਂ ਨਹੀਂ ਹੈ ਵੀ ਉਹ ਪ੍ਰੋਡਿਊਸ ਕਰ ਸਕਦੇ ਨੇ, ਤੇ ਉਹਨਾਂ ਨੂੰ ਸਬਸਿਡੀ ਹੈ ਡੇਅਰੀ ਵਾਲਿਆਂ ਨੂੰ। ਸੋ ਅਮਰੀਕਾ ਇਸ ਦੇ ਬਾਵਜੂਦ ਕਿ ਇੱਥੇ ਮਲਟੀਨੈਸ਼ਨਲ ਜਾਂ ਓਪਨ ਮਾਰਕੀਟ ਹੈ, ਜਿਹੜੇ ਸੈਕਟਰ ਕਰੂਸ਼ਲ ਨੇ ਤੁਸੀਂ ਉਹਨਾਂ ਦੇ ਇੰਟਰਸਟ ਜਿਹੜੇ ਆ ਪ੍ਰੋਟੈਕਟ ਕਰਦੇ ਹੋ। ਸੋ ਸਰਟਨਲੀ ਪੰਜਾਬ ਦੇ ਵਿੱਚ ਅਸੀਂ ਆਪਣੇ ਕਿਸਾਨਾਂ ਦੇ ਇੰਟਰਸਟ ਪ੍ਰੋਟੈਕਟ ਕਰਾਂਗੇ। ਸਰਟਨਲੀ ਜੇ ਪਾਣੀਆਂ ਦੇ ਉੱਤੇ ਸਾਡਾ ਕੰਟਰੋਲ ਹੋਏਗਾ, ਜਿਹੜਾ ਕਿ ਸਾਡੇ ਪਾਣੀ ਨੇ, ਤੁਸੀਂ ਐਗਰੀਕਲਚਰ, ਹਾਰਟੀਕਲਚਰ, ਦੂਸਰੀ ਮਾਰਕੀਟ, ਤੁਹਾਡੇ ਆਪਣੇ ਇੰਨੇ ਕੁ ਐਂਟਰਪ੍ਰਾਈਜ਼ਰ ਨੇ ਦੁਨੀਆ ਭਰ 'ਚ ਜੇ ਸਿੱਖ ਬੈਠੇ ਨੇ ਅੱਜ ਅਮਰੀਕਾ, ਕੈਨੇਡਾ 'ਚ, ਟਰੱਕਿੰਗ ਤੋਂ ਲੈ ਕੇ ਔਰ ਫਾਰਮਿੰਗ ਤੱਕ, ਉਹਨਾਂ ਦੇ ਆਪਣੇ ਜਿਹੜੇ ਨੇ ਇਨੋਵੇਟਿਵ ਸਿੱਖ ਨੇ, ਤੇ ਉਹ ਖਾਲਿਸਤਾਨ 'ਚ ਜਾ ਕੇ, ਹੁਣ ਬਾਹਰਲੇ ਸਿੱਖ ਜੇ ਜਾ ਕੇ ਉੱਥੇ ਕੋਈ ਫੈਕਟਰੀ ਲਾਉਂਦਾ ਹੈ ਕਿ ਜੀ ਪੋਟੈਟੋ ਚਿਪਸ ਬਣਾਉਣੀ ਹੈ, ਕਿੰਨੀ ਉਹਦੇ 'ਚ ਇੰਡਸਟਰੀ ਲਈ ਚਾਹੀਦਾ ਹੈ। ਕੋਈ ਕਹਿੰਦਾ ਜੀ ਕਿ ਅਸੀਂ ਦੁੱਧ ਹੈ ਪੰਜਾਬ, ਜਿਹੜੇ ਮਿਲਕ ਪ੍ਰੋਡਕਟ ਨੇ ਅਸੀਂ ਇੰਟਰਨੈਸ਼ਨਲੀ ਦੇਣੇ ਨੇ, ਫਰੂਟ ਨੇ ਇੰਨੇ, ਕਿੰਨੂ ਨੇ, ਕੀ ਕੁਛ ਨਹੀਂ ਪੈਦਾ ਹੁੰਦਾ ਪੰਜਾਬ 'ਚ। ਕੋਈ ਜਾ ਕੇ ਹਾਰਟੀਕਲਚਰ ਬੇਸਡ ਫੈਕਟਰੀਆਂ ਲਾਉਂਦਾ, ਤੁਹਾਡੇ ਜੂਸ ਪੈਕ ਹੋ ਰਹੇ ਨੇ, ਤੁਹਾਡੇ ਪੋਟੈਟੋ ਚਿਪਸ ਬਣ ਰਹੇ ਨੇ, ਤੁਸੀਂ ਕਣਕ ਹੈ, ਚੌਲ ਨੇ, ਉਹਦੇ 36 ਪ੍ਰੋਡਕਟ ਬਣਦੇ ਨੇ ਜਿਹੜੇ ਕਿ ਤੁਸੀਂ ਕਮਰਸ਼ੀਅਲ ਕਰ ਸਕਦੇ ਹੋ। ਸੋ ਅਸੀਂ ਜ਼ਾਹਰਾ ਤੌਰ ਦੇ ਉੱਤੇ ਆਪਣੀ ਇੰਡਸਟਰੀ ਨੂੰ ਐਨਕਰੇਜ ਕਰਾਂਗੇ, ਆਪਣੇ ਲੋਕਾਂ ਨੂੰ ਜਿਹੜਾ ਉਹ ਮੌਕੇ ਦੇਵਾਂਗੇ ਕਿ ਉਹ ਆ ਕੇ ਉੱਥੇ ਉਹਨੂੰ ਪ੍ਰੋਗਰੈਸ ਕਰਨ। ਲੇਕਿਨ ਦੁਨੀਆ ਦੇ ਵਿੱਚ ਜੇ ਤੁਸੀਂ ਕਿਸੇ ਗੱਲ ਦੇ ਨਹੀਂ ਕੰਪੀਟੈਂਟ ਹੋ, ਕੱਲ ਨੂੰ ਕੋਈ ਚੀਜ਼ ਮਲੇਰਕੋਟਲੇ ਦੇ ਨੇੜਿਓਂ ਤੇਲ ਨਿਕਲਦਾ ਤੇ ਤੇਲ ਕੱਢਣ ਦੇ ਤਾਂ ਸਾਡੇ ਕੋਲ ਨਹੀਂ ਹੈ ਐਕਸਪਰਟੀਜ਼, ਸੋ ਜ਼ਾਹਰ ਹੈ ਫਿਰ ਤੁਸੀਂ ਮਲਟੀਨੈਸ਼ਨਲ ਕੰਪਨੀਆਂ ਜਿਹੜੀਆਂ ਨੇ ਉਹਨਾਂ ਨੂੰ ਤੁਸੀਂ ਸੱਦੋਗੇ ਕਿ ਵੀ ਇੱਥੇ ਤੇਲ ਕੱਢੋ, ਜਾਂ ਇਸੇ ਤਰ੍ਹਾਂ ਕੋਈ ਹੋਰ ਤੁਹਾਡੇ ਨੈਚੁਰਲ ਕੁਛ ਥੱਲੋਂ ਨਿਕਲ ਆਉਂਦਾ ਹੈ, ਕੋਈ ਹੋਰ ਜਿਹਦੇ 'ਚ ਇਹਨਾਂ ਦੀ ਐਕਸਪਰਟੀਜ਼ ਹੈ, ਸੋ ਤੁਸੀਂ ਇਹਨਾਂ ਨੂੰ ਬੈਨ ਨਹੀਂ ਕਰ ਸਕਦੇ। ਬਟ ਐਟ ਦ ਸੇਮ ਟਾਈਮ ਜੇ ਤੁਹਾਡੀ ਗਵਰਨਮੈਂਟ ਲੋਕ ਹਿਤੈਸ਼ੀ ਹੈ, ਜ਼ਿੰਮੇਵਾਰ ਹੈ, ਤੇ ਫਿਰ ਤੁਸੀਂ ਆਪਣੇ ਲੋਕ, ਆਪਣੇ ਰਿਸੋਰਸ ਉਹਨਾਂ ਨੂੰ ਪਹਿਲ ਦਿਓਗੇ। ਇਹ ਨਹੀਂ ਹੈ ਵੀ ਕਮਿਸ਼ਨ ਖਾ ਕੇ ਉਹਨਾਂ ਤੋਂ ਕਿ ਜੀ ਪੈਸਾ ਤੁਹਾਡਾ ਸਵਿਸ ਬੈਂਕਾਂ 'ਚ ਹੈ, ਤੁਸੀਂ ਉੱਥੇ ਆਦੀਵਾਸੀਆਂ ਦਾ, ਟਰਾਈਬਲਸ ਦੀ ਸਾਰੀ ਜ਼ਮੀਨ ਉਹਨਾਂ ਦੇ ਹਵਾਲੇ ਕਰਤੀ ਹੈ ਕਿ ਜੀ ਇੱਥੋਂ ਕਾਪਰ ਨਿਕਲ ਰਿਹਾ, ਇੱਥੋਂ ਮਾਈਕਾ ਨਿਕਲ ਰਿਹਾ, ਇੱਥੋਂ ਕੋਈ ਹੋਰ ਨਿਕਲ ਰਿਹਾ। ਤੁਸੀਂ ਆਪਣੇ ਲੋਕਾਂ ਨੂੰ ਜਿਹੜਾ ਹੈ, ਇਹ ਜਦੋਂ ਕਰਪਟ ਗਵਰਨਮੈਂਟ, ਕਰਪਟ ਸਿਸਟਮ ਹੁੰਦਾ ਫਿਰ ਇਵੇਂ ਹੀ ਹੁੰਦਾ ਜੋ ਮਲਟੀਨੈਸ਼ਨਲ ਇੰਡੀਆ 'ਚ ਕਰ ਰਹੇ ਨੇ ਜਾਂ ਦੂਸਰੇ ਮੁਲਕਾਂ 'ਚ ਕਰ ਰਹੇ ਨੇ। ਸੋ ਇਹ ਦੁਹਰਾ ਨਹੀਂ ਅਸੀਂ ਹੋਣ ਦੇਵਾਂਗੇ ਕਿ ਤੁਸੀਂ ਆਪਣੇ ਲੋਕਾਂ ਦੇ ਇੰਟਰਸਟ ਵੇਚ ਕੇ, ਲੋਕਾਂ ਦੇ ਹਿੱਤ ਵੇਚ ਕੇ ਇਹਨਾਂ ਲੋਕਾਂ ਨੂੰ ਜਿਹੜਾ ਉੱਥੇ ਲਿਆਓ, ਪਰ ਸਰਟਨਲੀ ਓਪਨ ਟੂ ਦਾ ਵਰਲਡ ਮਾਰਕੀਟ। ਜੀ ਬਿਲਕੁਲ ਡਾਕਟਰ ਸਾਹਿਬ, ਇਸ ਦੇ ਨਾਲ ਲੈਣੇ ਆ ਬ੍ਰੇਕ। ਵੀਅਰਸ ਤੁਸੀਂ ਇਸ ਤਰ੍ਹਾਂ ਬਣੇ ਰਹੋ, ਮਿਲਦੇ ਆ ਕਮਰਸ਼ੀਅਲ ਬ੍ਰੇਕ ਤੋਂ ਬਾਅਦ।